ਟੂ ਆਲ ਮਾਈ ਵਿਊਅਰਸ ਔਨ ਮਾਈ YouTube ਚੈਨਲ। ਅੱਜ ਮੈਂ ਇੱਕ ਨਵਾਂ ਸੈਸ਼ਨ ਲੈ ਕੇ ਆਇਆ ਹਾਂ ਕਲਾਸ 8ਵੀਂ ਦੇ ਲਈ। SST ਦਾ ਜਿਹੜਾ ਕਿ ਮੋਸਟ ਡਿਫਿਕਲਟ ਪਾਰਟ ਹੁੰਦਾ ਵਾ, ਬੱਚਿਆਂ ਨੂੰ ਬਹੁਤ ਜ਼ਿਆਦਾ ਡਿਫਿਕਲਟੀਜ਼ ਆਉਂਦੀਆਂ ਨੇ, ਤਾਂ ਉਹਦੇ ਵਿੱਚ ਇੱਕ ਇੰਪੋਰਟੈਂਟ ਚੈਪਟਰ ਲੈ ਕੇ ਆਏ ਹਾਂ। ਪੂਰਾ ਚੈਪਟਰ ਹੀ ਅਸੀਂ ਆ ਸੈਸ਼ਨ ਦੇ ਵਿੱਚ ਡਿਸਕਸ ਕਰ ਛੱਡਣਾ। ਇਹਦੇ ਵਿੱਚ ਇੰਪੋਰਟੈਂਟ ਕੁਐਸਚਨ ਆਨਸਰਸ, MCQ, ਟਰੂ ਫਾਲਸ ਤੇ ਫਿਲਿੰਗ ਦੀਆਂ ਬਲੈਂਕਸ ਸਭ ਕੁਝ ਅਵੇਲੇਬਲ ਨੇ। ਤਾਂ ਤੁਸੀਂ ਸਾਰਿਆਂ ਨੇ ਇਹ ਸੈਸ਼ਨ ਪੂਰਾ ਐਂਡ ਤੱਕ ਦੇਖਣਾ ਵਾ ਤੇ ਟਰਾਈ ਕਰਨਾ ਵਾ ਵੀ ਜਿਹੜੀਆਂ ਚੀਜ਼ਾਂ ਤੁਹਾਡੇ ਲਈ ਜ਼ਿਆਦਾ ਯੂਜ਼ਫੁਲ ਨੇ ਉਹਨੂੰ ਕਾਪੀਜ਼ ਦੇ ਉੱਤੇ ਵੀ ਨੋਟ ਡਾਊਨ ਕਰ ਲੈਣਾ। ਇਹ ਸੈਸ਼ਨ ਤੁਹਾਨੂੰ ਇੱਦਾਂ ਹੀ YouTube ਦੇ ਉੱਤੇ ਮਿਲਦੇ ਰਹਿਣਗੇ ਤੇ ਤੁਸੀਂ ਸਾਰਿਆਂ ਨੇ ਐਵੇਂ ਹੀ ਜੁੜੇ ਰਹਿਣਾ ਮੇਰੇ ਨਾਲ, ਤੇ ਜਿੰਨਾ ਹੋ ਸਕੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਇਹਨਾਂ ਨੂੰ, ਸੈਸ਼ਨ ਨੂੰ, ਤਾਂ ਜੋ ਕੀ ਹੈ ਦੂਸਰੇ ਬੱਚਿਆਂ ਨੂੰ ਵੀ ਇਸ ਦੀ ਨੌਲੇਜ ਮਿਲਦੀ ਰਹੇ। ਸਟਾਰਟ ਕਰਦੇ ਹਾਂ ਤੇ ਸੈਸ਼ਨ ਨੂੰ ਦੇਖੋ। ਅੱਜ ਜਿਹੜਾ ਵਾ ਪੰਜਾਬੀ ਦੇ ਵਿੱਚ ਇਸ ਸੈਸ਼ਨ ਦਾ ਜਾਣੀ ਕਿ ਚੈਪਟਰ ਦਾ ਨਾਮ ਹੈ ਸਾਡੀ ਖੇਤੀਬਾੜੀ। ਭੂਗੋਲ ਭਾਗ ਦਾ ਕਲਾਸ 8ਵੀਂ ਦਾ ਭਾਗ ਆ ਇਹ। ਵੈਸੇ ਇੰਗਲਿਸ਼ ਦੇ ਵਿੱਚ ਇਹ ਤੁਹਾਨੂੰ ਸਾਰਾ ਕੁਝ ਪ੍ਰੋਵਾਈਡ ਹੋ ਰਿਹਾ ਵਾ, ਬਟ ਟਰਾਂਸਲੇਸ਼ਨ ਜਿਹੜੀ ਹੋਏਗੀ ਉਹ ਪੰਜਾਬੀ ਦੇ ਵਿੱਚ ਮਿਲੇਗੀ, ਜਾਣੀ ਕਿ ਅਵਰ ਐਗਰੀਕਲਚਰਸ ਲੈਸਨ ਨੰਬਰ 4th ਕਲਾਸ 8 ਤੇ ਜੋਗ੍ਰਾਫੀ ਪਾਰਟਸ ਦੇ ਵਿੱਚੋਂ ਇੰਪੋਰਟੈਂਟ ਕੁਐਸਚਨ ਆਨਸਰ ਹੀ ਡਿਸਕਸ ਹੋਣਗੇ। ਸਟਾਰਟ ਕਰਦੇ ਹਾਂ ਤੇ ਸੈਸ਼ਨ ਨੂੰ ਦੇਖੋ। ਫਸਟ ਇਸ ਕੁਐਸਚਨ ਇਜ਼ ਵਿਚ ਆਫ ਦੀ ਫੋਲੋਇੰਗ ਐਲੀਮੈਂਟਸ ਆਰ ਇਫੈਕਟਡ ਦੀ ਐਗਰੀਕਲਚਰ ਨੂੰ ਕਿਹੜੀਆਂ ਚੀਜ਼ਾਂ ਇਫੈਕਟ ਕਰਦੀਆਂ ਨੇ, ਜਿਵੇਂ ਕਲਾਈਮੇਟ ਹੋ ਗਿਆ, ਜਲਵਾਯੂ, ਸੋਇਲ ਟਾਈਪਸ ਜਾਂ ਇਰੀਗੇਸ਼ਨਸ ਫੈਸਿਲਿਟੀਜ਼। ਤਾਂ ਇਹਦਾ ਆਨਸਰ ਬਣੇਗਾ ਆਲ ਆਫ ਅਬਵ, ਕਿਉਂਕਿ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਕਿਸੇ ਵੀ ਐਗਰੀਕਲਚਰ ਦੇ ਲਈ, ਤਾਂ ਕਰਕੇ ਤਿੰਨੀ ਚੀਜ਼ਾਂ ਆਉਣਗੀਆਂ। ਉਸ ਤੋਂ ਬਾਅਦ ਹੈ ਵਟ ਕਾਈਂਡਸ ਆਫ ਦੀ ਕਲਟੀਵੇਸ਼ਨ ਇਜ਼ ਪ੍ਰੈਕਟਿਸਡ ਇਨ ਦੀ ਏਰੀਆ ਵੇਅਰਸ ਦੀ ਰੇਨਫਾਲ ਇਜ਼ ਲੈਸ ਦੈਨ 50 ਸੈਂਟੀਮੀਟਰ ਐਨੂਅਲੀ। ਕਹਿੰਦੇ ਉੱਥੇ ਕਿਸ ਤਰ੍ਹਾਂ ਦੀ ਖੇਤੀ ਕੀਤੀ ਜਾਂਦੀ ਹੈ ਜਿੱਥੇ ਕੀ ਆ 50 ਸੈਂਟੀਮੀਟਰ ਤੋਂ ਵੀ ਬਹੁਤ ਘੱਟ ਵਰਖਾ ਹੁੰਦੀ ਹੈ, ਜਾਣੀ ਕਿ ਰਾਜਸਥਾਨ ਦਾ ਏਰੀਆ ਜਾਂ ਗੁਜਰਾਤ ਦਾ ਥੋੜ੍ਹਾ ਜਿਹਾ ਹਿੱਸਾ ਜਾਂ ਪੰਜਾਬ ਦਾ ਥੋੜ੍ਹਾ ਜਿਹਾ ਹਿੱਸਾ ਜਿੱਥੇ ਕੀ ਆ 50 ਸੈਂਟੀਮੀਟਰ ਤੋਂ ਵੀ ਘੱਟ ਵਰਖਾ ਹੁੰਦੀ ਹੈ, ਤਾਂ ਉੱਥੇ ਖੇਤੀ ਕਿਹੜੀ ਕੀਤੀ ਜਾਂਦੀ ਹੈ? ਇੰਟੈਂਸਿਵ ਫਾਰਮਿੰਗ ਵਧਾ ਕੇ, ਡਰਾਈ ਫਾਰਮਿੰਗ ਬਹੁਤ ਘੱਟ ਪਾਣੀ ਵਾਲੀ, ਜਾਂ ਫਿਰ ਮਿਕਸਡ ਫਾਰਮਿੰਗ, ਜਾਂ ਨਨ ਆਫ ਅਬਵ। ਤਾਂ ਜੇਕਰ ਉੱਥੇ ਮੀਂਹ ਘੱਟ ਪੈਂਦਾ ਵਾ ਤਾਂ ਇਸ ਦਾ ਮਤਲਬ ਕੀ ਹੋਏਗਾ? ਉੱਥੇ ਡਰਾਈ ਹੋਏਗੇ, ਤਾਂ ਇਸ ਕਰਕੇ ਇਹਦਾ ਆਨਸਰ ਆਏਗਾ ਡਰਾਈ ਫਾਰਮਿੰਗ। ਉਸ ਤੋਂ ਬਾਅਦ ਹੈ ਵਿਚ ਆਫ ਦੀ ਫੋਲੋਇੰਗ ਇਜ਼ ਅ ਨਾਟ ਅ ਗ੍ਰੇਨ ਹਾਰਵੈਸਟ। ਇਹਦੇ ਵਿੱਚ ਕਿਹੜੀ ਆ ਜਿਹੜਾ ਅੰਨ ਭੰਡਾਰ ਦੇ ਨਾਲ ਨਹੀਂ ਜੁੜੀ ਹੋਈ ਖੇਤੀ ਆ? ਜਿਵੇਂ ਕਣਕ ਆ, ਦੂਜਾ ਹੈਗਾ ਚੌਲ, ਤੀਜਾ ਹੈਗਾ ਕੌਫੀ, ਤੇ ਫਿਰ ਹੈਗਾ ਮੱਕੀ। ਤਾਂ ਇਸ ਦੇ ਵਿੱਚ ਸਾਨੂੰ ਸਭ ਨੂੰ ਪਤਾ ਵੀ ਕੌਫੀ ਜਿਹੜੀ ਆ ਉਹ ਅਨਾਜ ਭੰਡਾਰ ਦੇ ਨਾਲ ਨਹੀਂ ਜੁੜੀ ਹੋਈ, ਇਹਨਾਂ ਨਾਲ ਅਨਾਜ ਦੇ ਨਾਲ ਕੋਈ ਇਫੈਕਟ ਨਹੀਂ ਪੈਂਦਾ ਵਾ। ਉਸ ਤੋਂ ਬਾਅਦ ਹੈ ਵਟ ਆਫ ਦੀ ਰੈਂਕ ਆਫ ਇੰਡੀਆ ਇਜ਼ ਪ੍ਰੋਡਿਊਸਿੰਗ ਰਾਈਸ। ਰਾਈਸ ਦੇ ਬੇਸ ਦੇ ਉੱਤੇ ਇੰਡੀਆ ਕਿੰਨਵੇਂ ਸਥਾਨ 'ਤੇ ਆ? ਸੈਕਿੰਡ 'ਤੇ ਆ। ਫਸਟ 'ਤੇ ਹੋਏਗਾ ਚਾਈਨਾ। ਉਸ ਤੋਂ ਬਾਅਦ ਹੈ ਵਿਚ ਆਫ ਦੀ ਕੰਟਰੀਜ਼ ਇਜ਼ ਅਡੋਪਟਿੰਗ ਟੂ ਦੀ ਪ੍ਰੋਡਿਊਸ ਦੀ ਮੈਜਲਸ ਇਨ ਦੀ ਫਸਟ ਟਾਈਮ। ਕਿਹੜੀ ਅਜਿਹੀ ਕੰਟਰੀ ਆ ਜਿਹਨੇ ਕੀ ਆ ਪਹਿਲੀ ਵਾਰ ਜਿਹੜੀ ਆ ਮੱਕੀ ਦੀ ਫਸਲ ਬੀਜੀ ਆ? ਉਹਦੇ ਵਿੱਚ ਹੈ ਸਾਡੇ ਕੋਲ ਯੂਨਾਈਟਿਡ ਸਟੇਟ ਆਫ ਅਮੈਰੀਕਾ। ਇਹਨੇ ਫਸਟ ਟਾਈਮ ਜਿਹੜੀ ਸੀਗੀ ਇਹ ਪ੍ਰੋਡਕਸ਼ਨ ਮੱਕੀ ਦੀ ਕੀਤੀ ਗਈ ਸੀ। ਉਸ ਤੋਂ ਬਾਅਦ ਹੈ ਵਿਚ ਆਫ ਦੀ ਫੋਲੋਇੰਗ ਲਾਰਜੈਸਟ ਟੀ ਪ੍ਰੋਡਿਊਸਰ ਸਟੇਟ ਆਫ ਇੰਡੀਆ। ਇੰਡੀਆ ਦੇ ਵਿੱਚ ਟੀ ਸਟੇਟ ਪ੍ਰੋਡਿਊਸਰ ਕਿਹੜਾ ਵਾ? ਅਸਾਮ ਆ। ਅਸਾਮ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਟੀ ਉੱਗਦੀ ਆ। ਕਾਫੀ ਕਰਨਾਟਕਾ ਤੇ ਕੇਰਲਾ ਇਹੋ ਜਿਹੇ ਸਥਾਨਾਂ ਦੇ ਉੱਤੇ, ਤੇ ਅਸਮ ਦੇ ਵਿੱਚ ਹੀ ਉੱਗ ਜਾਂਦੀ ਹੈ। ਤਾਂ ਯਾਦ ਰੱਖਣਾ ਵੀ ਟੀ ਦਾ ਜਿਹੜਾ ਏਰੀਆ ਵਾ ਉਹ ਕਿੱਥੇ ਆ? ਅਸਮ, ਜਿਹੜਾ ਕਿੱਧਰ ਆ? ਈਸਟ ਸਾਈਡ ਆਫ ਇੰਡੀਆ। ਉਸ ਤੋਂ ਬਾਅਦ ਹੈ ਵਿਚ ਸਟੇਟ ਆਫ ਦੀ ਲਾਰਜੈਸਟ ਸ਼ੇਅਰ ਆਫ ਟੂ ਦੀ ਬੀਟ ਆਫ ਦੀ ਸੈਂਟਰਲ ਗ੍ਰੇਨ ਰਿਜ਼ਰਵ। ਕਿਹੜੀ ਸਟੇਟ ਦਾ ਸਭ ਤੋਂ ਜ਼ਿਆਦਾ ਜਿਹੜਾ ਵਾ ਅਨਾਜ ਭੰਡਾਰ ਯੂਜ਼ ਕੀਤਾ ਜਾਂਦਾ ਵਾ ਕਿਹਦੇ ਲਈ? ਰਿਜ਼ਰਵ ਕਰਨ ਦੇ ਲਈ, ਵੀ ਜੇਕਰ ਸਾਨੂੰ ਕੋਈ ਲੋੜ ਪਈ ਤਾਂ ਉੱਥੋਂ ਪ੍ਰੋਵਾਈਡ ਕੀਤਾ ਜਾ ਸਕਦਾ। ਤਾਂ ਉਹ ਸਭ ਤੋਂ ਜ਼ਿਆਦਾ ਜਿਹੜਾ ਪ੍ਰੋਡਿਊਸ ਕੀਤਾ ਜਾਂਦਾ ਉਹ ਕਿਹੜਾ ਵਾ? ਸਾਡਾ ਹੀ ਰਾਜ ਆ ਜਿਹੜਾ ਪੰਜਾਬ। ਉਸ ਤੋਂ ਬਾਅਦ ਹੈ ਡੈਸ਼ ਫਾਰਮਿੰਗ ਇਜ਼ ਡਨ ਟੂ ਦੀ ਹੈਲਪ ਆਫ ਦੀ ਮਸ਼ੀਨ ਐਂਡ ਹੈਲੀਕਾਪਟਰਸ। ਕਿਹੜੀ ਮਸ਼ੀਨ ਜਿਹੜੀ ਆ ਜਾਂ ਕਿਹੜੀ ਅਜਿਹੀਆਂ ਫਾਰਮਿੰਗ ਆ ਜਿਹਨੂੰ ਅਸੀਂ ਮਸ਼ੀਨਾਂ ਤੇ ਹੈਲੀਕਾਪਟਰ ਦੇ ਨਾਲ ਡਨ ਕਰਦੇ ਹਾਂ? ਐਕਸਟੈਂਸਿਵ ਫਾਰਮਿੰਗ, ਇਹ ਯਾਦ ਰੱਖਣਾ ਵਾ। ਉਸ ਤੋਂ ਬਾਅਦ ਹੈ ਬੀਟ ਇਜ਼ ਸਨੋਇੰਗ ਸੀਜ਼ਨ ਇਜ਼ ਸਟਾਰਟਿੰਗ ਟੂ ਦੀ ਯੂਜੂਅਲੀ ਡੈਸ਼। ਵੀ ਜਿਹੜਾ ਕਣਕ ਦੀ ਬਿਜਾਈ ਜਿਹੜੀ ਹੁੰਦੀ ਆ ਉਹ ਕਦੋਂ ਸ਼ੁਰੂ ਕੀਤੀ ਜਾਂਦੀ ਆ? ਉਹ ਸ਼ੁਰੂ ਕੀਤੀ ਜਾਂਦੀ ਹੈ ਨਵੰਬਰ ਦਸੰਬਰ ਦੇ ਵਿੱਚ। ਯਾਦ ਰੱਖਣਾ, ਨਵੰਬਰ ਦਸੰਬਰ ਦੇ ਵਿੱਚ ਅਸੀਂ ਕਣਕ ਬੀਜਣੀ ਜਿਹੜੀ ਆ ਉਹ ਸ਼ੁਰੂ ਕਰ ਦਿੰਦੇ ਹਾਂ ਆਫਟਰ ਦੀਵਾਲੀ ਤੋਂ ਬਾਅਦ। ਉਸ ਤੋਂ ਬਾਅਦ ਹੈ ਇਜਿਪਟ ਇਜ਼ ਅ ਡੈਸ਼ ਸਟਿਫਲ ਕਾਟਨਸ ਇਜ਼ ਫੇਮਸ ਆਲ ਓਵਰ ਦੀ ਵਰਲਡ। ਕਿਹੜੀ ਤਰ੍ਹਾਂ ਦੀ ਇਜਿਪਟ ਦੇ ਵਿੱਚ ਜਿਹੜੀ ਆ ਕਾਟਨ ਉਹ ਮਿਲਦੀ ਆ? ਲੌਂਗ। ਉਸ ਤੋਂ ਬਾਅਦ ਅਸਾਮ ਇਜ਼ ਡੈਸ਼ ਐਂਡ ਸੂਰਮਾ ਵੈਲੀਜ਼ ਆਰ ਫੇਮਸ ਫॉर ਦੀ ਟੀ ਪ੍ਰੋਡਕਸ਼ਨ। ਕਿਹੜੀ ਆ? ਬ੍ਰਹਮਪੁੱਤਰਾ ਤੇ ਸੂਮਾ ਵੈਲੀਜ਼। ਠੀਕ ਹੈ ਜੀ। ਡੈਸ਼ ਇਜ਼ ਅ ਵੈਰੀ ਓਲਡੈਸਟ ਆਕੂਪੇਸ਼ਨ ਆਫ ਹਿਊਮਨ ਬੀਂਗਸ। ਇਹ ਸਭ ਨੂੰ ਪਤਾ ਐਗਰੀਕਲਚਰ ਸਭ ਤੋਂ ਜ਼ਿਆਦਾ ਪੁਰਾਣਾ ਆਕੂਪੇਸ਼ਨ ਆ ਲੋਕਾਂ ਦਾ। ਉਸ ਤੋਂ ਬਾਅਦ ਹੈ ਟਰੂ ਫਾਲਸ ਤੁਸੀਂ ਪਿਕ ਕਰਨਾ। ਗ੍ਰੀਨ ਰੈਵੋਲਿਊਸ਼ਨ ਕੰਟਰੀਬਿਊਸ਼ਨ ਟੂ ਪ੍ਰੋਡਿਊਸ ਦੀ ਸ਼ੂਗਰ ਕੇਨ ਐਂਡ ਬਿਜਲ। ਵੀ ਜਿਹੜੀ ਗ੍ਰੀਨ ਰੈਵੋਲਿਊਸ਼ਨ ਸੀਗੀ ਉਹਨੇ ਗੰਨੇ ਤੇ ਮੱਕੀ ਦੀ ਫਸਲ ਦੇ ਵਿੱਚ ਰਿਕਾਰਡ ਪ੍ਰੋਡਕਸ਼ਨ ਕੀਤੀ। ਫਾਲਸ ਕਿਹਦੇ ਵਿੱਚ ਕੀਤੀ ਸੀ? ਰਾਈਸ ਤੇ ਬੀਟ ਦੇ ਵਿੱਚ। ਉਸ ਤੋਂ ਬਾਅਦ ਹੈ ਦੀ ਰਾਈਸ ਇਜ਼ ਅ ਕੰਸੀਡਰ ਵੀ ਆ ਮੇਨ ਕੈਸ਼ ਕ੍ਰੌਪਸ ਆਫ ਇੰਡੀਆ। ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹਦੇ ਵਿੱਚ ਪੈਸਾ ਬਣਦਾ ਵਾ ਉਹ ਕਿਹੜੀ ਆ? ਰਾਈਸ ਆ? ਨਹੀਂ, ਉਹ ਨਹੀਂ ਹੈਗੀ। ਉਸ ਤੋਂ ਬਾਅਦ ਹੈ ਇਨ ਦੀ ਮਾਲਵਾ ਰੀਜਨ ਆਫ ਦੀ ਪੰਜਾਬ ਕਾਟਨ ਇਜ਼ ਕਾਲਡ ਟੂ ਦੀ ਵਾਈਟ ਗੋਲਡ। ਇਟ ਇਜ਼ ਟਰੂ, ਕਿਉਂਕਿ ਇਹਨਾਂ ਨੂੰ ਕੀ ਕਿਹਾ ਜਾਂਦਾ ਸੀ? ਵਾਈਟ ਗੋਲਡ ਕਿਹਾ ਜਾਂਦਾ ਵਾ। ਮਾਲਵਾ ਏਰੀਆ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ, ਲੁਧਿਆਣਾ ਦਾ ਸਾਈਡ ਹੁੰਦਾ ਜਿਹੜਾ ਮਾਲਵਾ ਵੱਜਦਾ ਵਾ, ਉੱਥੇ ਇਹਨੂੰ ਕੀ ਕਿਹਾ ਜਾਂਦਾ? ਚਿੱਟਾ ਗੋਲਡ ਵੀ ਕਿਹਾ ਜਾਂਦਾ ਵਾ। ਹੌਟ ਐਂਡ ਹਿਊਮਿਡ ਕਲਾਈਮੇਟ ਇਜ਼ ਅ ਸੂਟੇਬਲ ਫॉर ਗਰੋਇੰਗ ਜੂਟ। ਵੀ ਕੀ ਆ? ਬਹੁਤ ਗਰਮੀ
ਤੇ ਹਿਊਮਿਸ ਵਾਲਾ ਨਮੀ ਭਰਪੂਰ ਵਾਲਾ ਜਿਹੜਾ ਕਲਾਈਮੇਟ ਆ ਉਹ ਜੂਟ ਨੂੰ ਉਗਾਉਣ ਦੇ ਲਈ ਸਭ ਤੋਂ ਜ਼ਿਆਦਾ ਯੂਜ਼ਫੁਲ ਆ। ਯੈਸ, ਇਹ ਆਨਸਰ ਜਿਹੜਾ ਉਹ ਸਹੀ ਆ। ਉਸ ਤੋਂ ਬਾਅਦ ਹੈ ਰੇਨ ਵਾਟਰ ਸ਼ੁੱਡ ਬੀ ਅ ਸਟੈਂਡ ਇਨ ਦੀ ਰੂਟ ਆਫ ਦੀ ਟੀ ਪਲਾਂਟਸ, ਵੀ ਜਿਹੜੇ ਰੇਨ ਦਾ ਪਾਣੀ ਆ ਉਹ ਕੀ ਆ, ਟੀ ਦੇ ਜਿਹੜੇ ਪਲਾਂਟਸ ਦੇ ਜਿਹੜੀਆਂ ਜੜ੍ਹਾਂ ਹੁੰਦੀਆਂ ਨੇ ਉਹਦੇ ਵਿੱਚ ਰੁਕਿਆ ਰਹਿੰਦਾ ਵਾ। ਫਾਲਸ ਆਈ, ਉਹਦੇ ਵਿੱਚ ਰੁਕਿਆ ਨਹੀਂ ਚਾਹੀਦਾ, ਕਿਉਂਕਿ ਜਿਹੜਾ ਟੀ ਦੇ ਜਿਹੜੇ ਪਲਾਂਟਸ ਹੁੰਦੇ ਆ ਉਹਨਾਂ ਨੂੰ ਇੰਨਾ ਜ਼ਿਆਦਾ ਪਾਣੀ ਨਹੀਂ ਚਾਹੀਦਾ ਹੁੰਦਾ ਵਾ, ਤਾਂ ਕਰਕੇ ਉਹਨੂੰ ਰੋਕਦੇ ਨਹੀਂ ਹੈਗੇ, ਉਹਨੂੰ ਜਾਣਾ ਹੀ ਦਿੰਦੇ ਹੁੰਦੇ ਆ। ਜੇਕਰ ਉਹਦੇ ਵਿੱਚ ਜ਼ਿਆਦਾ ਮੀਂਹ ਪੈ ਗਿਆ ਤਾਂ ਉਹ ਖਰਾਬ ਹੋ ਜਾਂਦੀ ਹੈ। ਉਸ ਤੋਂ ਬਾਅਦ ਹੈ ਜਿਹੜੇ ਵੈਰੀ ਸ਼ਾਰਟ ਕੁਐਸਚਨ ਆਨਸਰ, ਵਟ ਡੂ ਯੂ ਮੀਨ ਬਾਈ ਐਗਰੀਕਲਚਰ। ਐਗਰੀਕਲਚਰ ਦਾ ਮਤਲਬ ਕੀ ਹੈ, ਖੇਤੀਬਾੜੀ ਦਾ ਕੀ ਮਤਲਬ। ਇਹ ਐਗਰੀਕਲਚਰ ਇਜ਼ ਗਰੋਇੰਗ ਆਫ ਕ੍ਰੌਪਸ, ਰਾਈਜ਼ਿੰਗ ਦੀਆਂ ਲਾਈਫ ਸਟਾਕਸ ਐਂਡ ਰਨਿੰਗ ਦੀਆਂ ਇੰਡਸਟਰੀਜ਼ ਬੇਸਡ ਔਨ ਦੀ ਐਗਰੀਕਲਚਰ। ਐਗਰੀਕਲਚਰ ਦਾ ਮਤਲਬ ਫਸਲਾਂ ਨੂੰ ਉਗਾਉਣਾ, ਫਸਲਾਂ ਦੇ ਵਿੱਚ ਲਾਈਫ ਸਟਾਕ ਲਗਾਉਣਾ, ਜਾਂ ਫਿਰ ਇੰਡਸਟਰੀਆਂ ਦੇ ਬੇਸ ਜਿਹੜੀਆਂ ਐਗਰੀਕਲਚਰ ਬੇਸ ਨੇ ਉਹਨਾਂ ਨੂੰ ਚਲਾਉਣਾ, ਉਹਨੂੰ ਅਸੀਂ ਐਗਰੀਕਲਚਰ ਕਹਿ ਦਿੰਦੇ ਹਾਂ। ਵਿਚ ਫੈਕਟਰ ਇਫੈਕਟਸ ਦੀ ਆ ਐਗਰੀਕਲਚਰ ਨੂੰ ਕਿਹੜੇ ਫੈਕਟਰ ਜਿਹੜੇ ਨੇ ਉਹ ਇਫੈਕਟ ਕਰਦੇ ਆ। ਕਲਾਈਮੇਟ ਕਰਦਾ ਵਾ, ਰਿਲੀਫ ਕਰਦਾ ਵਾ, ਸੋਇਲ ਕਰਦੀ ਹੈ, ਇਰੀਗੇਸ਼ਨ ਫੈਸਿਲਿਟੀਜ਼, ਮੈਥਡਸ ਆਫ ਐਗਰੀਕਲਚਰਸ ਐਂਡ ਮਾਰਕੀਟ ਫੈਸਿਲਿਟੀਜ਼, ਮੀਨਸ ਆਫ ਟਰਾਂਸਪੋਰਟੇਸ਼ਨ ਐਂਡ ਬੈਂਕਸ ਐਕਸੈਕਟਰਾ। ਵੀ ਜਿਹੜੇ ਕੀ ਆ ਜਲਵਾਯੂ ਆ, ਧਰਾਤਲ ਆ, ਪਾਣੀ ਆ ਅਤੇ ਮਿੱਟੀ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਹੁਤ ਸਾਰੇ ਇਫੈਕਟ ਕਰਦੀ ਆ ਸਾਡੇ ਐਗਰੀਕਲਚਰ ਨੂੰ। ਹੋਰ ਵੀ ਕਈ ਫੈਕਟਰਸ ਹੈਗੇ ਨੇ। ਉਸ ਤੋਂ ਬਾਅਦ ਹੈ ਰਾਈਟ ਦੀ ਆ ਕੈਰਲ ਕ੍ਰੌਪਸ, ਵੀ ਜਿਹੜੀਆਂ ਫਸਲਾਂ ਜਿਹੜੀਆਂ ਕੀ ਨੇ ਗਰਮੀਆਂ ਦੇ ਵਿੱਚ ਜ਼ਿਆਦਾਤਰ ਉੱਗਦੀਆਂ ਨੇ, ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਵਾ, ਜਿਵੇਂ ਬਾਜਰਾ, ਜਾਂ ਫਿਰ ਤੁਸੀਂ ਕਹਿ ਦਿਓ ਖਾਣ ਵਾਲੀਆਂ ਹੁੰਦੀਆਂ ਨੇ, ਜਿਵੇਂ ਰਾਈਸ, ਬੀਟ, ਮੱਕੀ, ਜਵਾਰ, ਬਾਜਰਾ, ਪਲਸ ਅਤੇ ਆਇਲ ਸੀਡਸ, ਇਹ ਸਾਰੇ ਹੁੰਦੇ ਆ। ਉਸ ਤੋਂ ਬਾਅਦ ਹੈ ਵਟ ਇਜ਼ ਦੀ ਆ ਪਲੂਡਿੰਗ ਦਾ ਮਤਲਬ ਕੀ ਹੁੰਦਾ ਵਾ, ਦੀ ਆ ਫੀਲਡ ਆਫ ਦੀ ਵਿਚ ਦੀ ਆ ਰਾਈਸ is to be a planted, prepared to the plugging and filling with the water and leveling, the whole process is called plodding। ਵੀ ਜਿਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਵੀ ਜਿਹੜਾ ਅਲੱਗ ਤੋਂ ਅਸੀਂ ਪਨੀਰੀ ਲਗਾ ਦਿੰਦੇ ਹੁੰਦੇ ਹਾਂ ਉਹਨੂੰ ਇਹ ਕਿਹਾ ਜਾਂਦਾ ਵਾ। ਇਹਦੇ ਵਿੱਚ ਕੀ ਹੁੰਦਾ, ਅਲੱਗ ਤੋਂ ਇਹਨਾਂ ਦੇ ਖੇਤ ਤਿਆਰ ਹੁੰਦੇ ਆ, ਇਹਦੇ ਵਿੱਚ ਪਾਣੀ ਛੱਡਿਆ ਜਾਂਦਾ, ਬਾਅਦ ਵਿੱਚ ਜਦੋਂ ਇਹ ਪਨੀਰੀ ਤਿਆਰ ਹੋ ਜਾਂਦੀ ਹੈ ਤਾਂ ਉਹਨੂੰ ਯੂਜ਼ ਕੀਤਾ ਜਾਂਦਾ ਵਾ ਰਾਈਸ ਲਗਾਉਣ ਦੇ ਲਈ। ਉਸ ਤੋਂ ਬਾਅਦ ਹੈ ਵਟ ਇਜ਼ ਦੀ ਪ੍ਰੋਡਕਸ਼ਨ ਪ੍ਰਪੇਅਰਡ ਫॉर ਦੀ ਮਿਜ਼ਲ ਦੇ ਲਈ, ਮੱਕੀ ਦੇ ਲਈ ਜਿਹੜੀ ਕਿਸ ਤਰੀਕੇ ਦੇ ਪ੍ਰੋਡਕਟ ਜਿਹੜੇ ਨੇ ਉਹ ਪ੍ਰਪੇਅਰ ਕੀਤੇ ਜਾਂਦੇ ਆ, ਉਹ ਤੋਂ ਕੀ ਚੀਜ਼ਾਂ ਬਣਾਈਆਂ ਜਾਂਦੀਆਂ ਨੇ। ਦੇਖੋ ਉਸ ਤੋਂ ਬਣਦੇ ਆ ਗਲੂਕੋਜ਼, ਸਟਾਰਚ, ਅਲਕੋਹਲ, ਵੈਜੀਟੇਬਲ ਆਇਲਸ, ਅਤੇ ਸਾਰੀਆਂ ਚੀਜ਼ਾਂ ਮੱਕੀ ਤੋਂ ਹੀ ਬਣਦੀਆਂ ਨੇ। ਉਸ ਤੋਂ ਬਾਅਦ ਹੈ ਹਾਊ ਮੈਨੀ ਟਾਈਪਸ ਆਫ ਟੂ ਦੀਆਂ ਕਾਟਨਸ ਦੇਅਰ ਇਨ ਦੀਆਂ ਬੇਸਿਸ ਆਫ ਦੀ ਲੈਂਥ ਆਫ ਸਟੇਫਲ, ਵੀ ਉਹਦੀ ਲੈਂਥ ਦੇ ਅਕੋਰਡਿੰਗ ਅਸੀਂ ਜਿਹੜੀ ਕਾਟਨਸ ਇਹਨੂੰ ਕਿੰਨੇ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। 3 ਤਰ੍ਹਾਂ ਦੇ ਹੁੰਦੇ ਆ, ਲੌਂਗ ਸਟਿਫ ਕਾਟਨ, ਮਿਡਲ ਅਤੇ ਸ਼ਾਰਟ। ਉਸ ਤੋਂ ਬਾਅਦ ਹੈ ਵਿਚ ਆਰ ਦੀਆਂ ਥਿੰਗਸ ਦੈਟ ਕੈਨ ਬੀ ਆ ਮੇਡ ਫਰੋਮ ਦੀ ਜੂਟ ਤੋਂ ਅਸੀਂ ਕਿਹੜੀਆਂ ਚੀਜ਼ਾਂ ਬਣਾ ਸਕਦੇ ਹਾਂ। ਜੂਟ ਤੋਂ ਅਸੀਂ ਮੇਕ ਕਰ ਸਕਦੇ ਹਾਂ ਸਕਲਸ, ਰੋਪਸ ਅਤੇ ਕਾਰਪੇਟਸ, ਵੀ ਇਹ ਜਿਹੜੇ ਨੇ ਜਿਵੇਂ ਚਾਦਰਾਂ, ਦਰੀਆਂ, ਰੱਸੀ, ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਰਾ ਕੁਛ ਕਿਹਦੇ ਨਾਲ ਬਣਦੀਆਂ ਨੇ, ਜੂਟ ਤੋਂ ਬਣਦੀਆਂ ਨੇ। ਉਸ ਤੋਂ ਬਾਅਦ ਹੈ ਹਾਊ ਡਸ ਦੀ ਆ ਟੀ ਪਲਾਂਟਸ ਲੁੱਕ ਲਾਈਕ, ਵੀ ਕਿਸ ਤਰੀਕੇ ਨਾਲ ਉਹ ਲਿਖਦੇ ਹੁੰਦੇ ਆ ਚਾਹ ਦੇ ਜਿਹੜੇ ਦਰਖਤ ਨੇ। ਦੇਅਰ ਵਾਲ ਪਲਾਂਟਸ ਆਫ ਲਾਈਕ ਆ ਬਰਸ਼ ਐਂਡ ਦੀ ਆ ਟੀ ਇਜ਼ ਓਬਟੇਨ ਫਰੋਮ ਟੂ ਦੇਅਰ ਲੀਵਸ, ਵੀ ਉਹ ਕਹਿੰਦਾ ਇੱਕ ਤਰ੍ਹਾਂ ਦੇ ਵਰਕਸ਼ਾ ਤਰ੍ਹਾਂ ਦੇ ਹੁੰਦੇ ਆ, ਅਤੇ ਇਹਦੇ ਜਿਹੜੇ ਪੱਤੇ ਹੁੰਦੇ ਆ ਉਹ ਯੂਜ਼ ਕੀਤੇ ਜਾਂਦੇ ਆ ਟੀ ਦੇ ਲਈ। ਉਸ ਤੋਂ ਬਾਅਦ ਹੈ ਰਾਈਟ ਦੀ ਨੇਮ ਆਫ ਦੀ 3 ਟਾਈਪਸ ਆਫ ਦੀ ਕਾਫੀ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ, ਅਰੇਬਿਕਾ, ਰੋਬਸਟਾ ਜਾਂ ਲੂਬਰੀਕਾ। ਇਹ 3 ਤਰ੍ਹਾਂ ਦੀਆਂ ਜਿਹੜੀਆਂ ਨੇ ਕਾਫੀਜ਼ ਜਿਹੜੀਆਂ ਨੇ ਉਹ ਸਾਨੂੰ ਮਿਲਦੀਆਂ ਨੇ। ਉਸ ਤੋਂ ਬਾਅਦ ਹੈ ਸ਼ਾਰਟ ਕੁਐਸਚਨ ਆਨਸਰ, ਆਫਟਰ ਦੀ ਟਾਈਪਸ ਆਫ ਦੀ ਐਗਰੀਕਲਚਰ ਡਿਫਰੈਂਟ ਟਾਈਪਸ ਆਫ ਮੀਨਸ ਦੀਆਂ ਇੰਟੈਂਸਿਵ ਐਂਡ ਐਕਸਟੈਂਸਿਵ ਫਾਰਮਿੰਗ, ਇਹ ਦੱਸਣੀਆਂ ਨੇ ਕਿਹੜੀਆਂ ਨੇ। ਇੰਟੈਂਸਿਵ ਅਤੇ ਐਕਸਟੈਂਸਿਵ ਫਾਰਮਿੰਗ ਕਿਹੜੀਆਂ ਤਰ੍ਹਾਂ ਦੀਆਂ ਹੁੰਦੀਆਂ ਨੇ। ਦੇਖੋ ਫਾਰਮਿੰਗ ਜਿਹੜੀਆਂ ਹੁੰਦੀਆਂ ਨੇ ਉਹ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ, ਜਿਵੇਂ ਕਿ ਪਰਮਾਨੈਂਟ ਫਾਰਮਿੰਗ, ਸ਼ਿਫਟਿੰਗ ਫਾਰਮਿੰਗ, ਡਰਾਈ ਫਾਰਮਿੰਗ, ਵੈਟ ਫਾਰਮਿੰਗ, ਇੰਟੈਂਸਿਵ ਫਾਰਮਿੰਗ, ਐਕਸਟੈਂਸਿਵ ਫਾਰਮਿੰਗ, ਮਿਕਸਡ ਫਾਰਮਿੰਗ, ਹਾਰਟੀਕਲਚਰ, ਪ੍ਰਾਈਵੇਟ ਫਾਰਮਿੰਗ, ਕੋਆਪਰੇਟਿਵ ਫਾਰਮਿੰਗ, ਕਲੈਕਟਿਵ ਫਾਰਮਿੰਗ, ਪਲਾਂਟੇਸ਼ਨ ਫਾਰਮਿੰਗ, ਸਬਸਟੈਂਸਿਵ ਫਾਰਮਿੰਗ ਅਤੇ ਕਮਰਸ਼ੀਅਲ ਫਾਰਮਿੰਗ। 14 ਤਰ੍ਹਾਂ ਦੀਆਂ ਫਾਰਮਿੰਗਸ ਜਿਹੜੀਆਂ ਨੇ ਉਹ ਹੁੰਦੀਆਂ ਨੇ। ਡਿਫਰੈਂਸ ਦੇਖੋ ਕੀ ਆ ਇੰਟੈਂਸਿਵ ਅਤੇ ਐਕਸਟੈਂਸਿਵ ਦਾ। ਇੰਟੈਂਸਿਵ ਦੇ ਵਿੱਚ ਕੀ ਹੁੰਦਾ ਵਾ, ਜਿਹੜਾ ਫਾਰਮਿੰਗ ਇਜ਼ ਅ ਮੋਰ ਯਾਰਡ ਆਫ ਟੇਕਿੰਗ ਫਰੋਮ ਟੂ ਦੀ ਸਮॉल ਪੀਸ ਆਫ ਦੀ ਲੈਂਡ ਵਿਦ ਦੀ ਫੁੱਲ ਆਫ ਯੂਜ਼ ਆਫ ਦੀ ਫਰਟੀਲਾਈਜ਼ਰ ਐਂਡ ਇਮੀਗ੍ਰੇਸ਼ਨ। ਕਹਿੰਦੇ ਇਹ ਲੈਂਡ ਹੁੰਦੀ ਹੈ ਇੱਕ ਛੋਟਾ ਜਿਹਾ ਹਿੱਸਾ ਹੁੰਦਾ ਵਾ ਜਿਹਦੇ ਵਿੱਚ ਕੀ ਹੁੰਦਾ ਵਾ, ਬਹੁਤ ਸਾਰੀਆਂ ਜਿਹੜੀਆਂ ਰਸਾਇਣਿਕ ਖਾਦਾਂ ਅਤੇ ਸਿੰਜਾਈ ਦੇ ਨਾਲ ਅਸੀਂ ਖੇਤੀ ਕਰਦੇ ਹਾਂ, ਉਹਨੂੰ ਇੰਟੈਂਸਿਵ ਫਾਰਮਿੰਗ ਕਹਿੰਦੇ ਆ। ਐਕਸਟੈਂਸਿਵ ਫਾਰਮਿੰਗ ਦੇ ਵਿੱਚ ਕੀ ਹੁੰਦਾ ਵਾ, ਵੀ ਜਿਹੜਾ ਇਹਦਾ ਸਾਈਜ਼ ਹੁੰਦਾ ਉਹ ਜ਼ਿਆਦਾ ਵੱਡਾ ਹੁੰਦਾ ਵਾ ਖੇਤਾਂ ਦਾ, ਅਤੇ ਇਹਦੇ ਵਿੱਚ ਐਕਟੀਵਿਟੀ ਜਿਹੜੀਆਂ ਪਰਫੋਰਮ ਕੀਤੀਆਂ ਜਾਂਦੀਆਂ ਨੇ ਉਹ ਮਸ਼ੀਨਾਂ ਦੁਆਰਾ ਕੀਤੀਆਂ ਜਾਂਦੀਆਂ ਨੇ, ਜਾਣੀ ਕਿ ਬਹੁਤ ਸਾਰੀ ਮਸ਼ੀਨਾਂ ਹੁੰਦੀਆਂ ਨੇ, ਇਹਦੇ ਵਿੱਚ ਜ਼ਿਆਦਾ ਮਸ਼ੀਨਾਂ ਨਹੀਂ ਚਲਾ ਸਕਦੇ ਤਾਂ ਉਹਨੂੰ ਇੰਟੈਂਸਿਵ, ਅਤੇ ਜਿਹਦੇ ਵਿੱਚ ਜ਼ਿਆਦਾ ਮਸ਼ੀਨਾਂ ਚਲਾ ਸਕਦੇ ਹੋ ਉਹ ਐਕਸਟੈਂਸਿਵ। ਉਸ ਤੋਂ ਬਾਅਦ ਹੈ ਵਿਚ ਆਰ ਦੀਆਂ ਮੇਨ
ਰਾਈਸ ਪ੍ਰੋਡਿਊਸਿੰਗ ਏਰੀਆ, ਰਾਈਸ ਕਿੱਥੇ ਸਭ ਤੋਂ ਜ਼ਿਆਦਾ ਉੱਗਦਾ ਵਾ? ਦੇਖੋ ਰਾਈਸ ਸਭ ਤੋਂ ਜ਼ਿਆਦਾ ਜਿਹੜਾ ਚਾਈਨਾ, ਇੰਡੀਆ, ਬੰਗਲਾਦੇਸ਼ ਅਤੇ ਜਾਪਾਨ, ਇਹ ਜ਼ਿਆਦਾਤਰ ਏਰੀਏ ਦੇ ਵਿੱਚ ਜਿਹੜੇ ਨੇ ਉਹ ਰਾਈਸ ਉੱਗਦੇ ਆ। ਜਿਹੜਾ ਚਾਈਨਾ ਵਾ ਉਹ ਫਸਟ ਪਲੇਸ ਦੇ ਉੱਤੇ ਆਉਂਦਾ ਵਾ, ਇਹ 36% ਟੋਟਲ ਵਰਲਡ ਦਾ ਜਿਹੜਾ ਰਾਈਸ ਆ ਉਹ ਪ੍ਰੋਡਿਊਸ ਕਰਦਾ ਵਾ। ਇੰਡੀਆ ਦੇ ਵਿੱਚ ਜਿਹੜਾ ਵੈਸਟ ਬੰਗਾਲ, ਬਿਹਾਰ, ਉੜੀਸਾ, ਪੰਜਾਬ, ਉੱਤਰ ਪ੍ਰਦੇਸ਼, ਤਾਮਿਲਨਾਡੂ, ਇਹ ਜਿਹੜੇ ਕੁਛ ਕੁ ਸਟੇਟ ਨੇ ਜਿਹੜੇ ਕਿ ਬਹੁਤ ਜ਼ਿਆਦਾ ਪਾਪੂਲਰ ਨੇ ਕਿਹਦੇ ਲਈ? ਰਾਈਸ ਦੇ ਲਈ। ਉਸ ਤੋਂ ਬਾਅਦ ਹੈ ਰਾਈਟ ਆ ਨੋਟ ਔਨ ਟੂ ਦੀਆਂ ਕਾਟਨ ਪ੍ਰੋਡਕਸ਼ਨ ਇਨ ਪੰਜਾਬ। ਪੰਜਾਬ ਦੇ ਵਿੱਚ ਜਿਹੜੀ ਕਪਾਹ ਦੀ ਖੇਤੀ ਜਾਂਦੀ ਆ ਉਹਦੇ ਤੁਸੀਂ ਨੋਟ ਲਿਖਣਾ ਵਾ। ਜ਼ਿਆਦਾਤਰ ਜਿਹੜਾ ਕਪਾਹ ਬੀਜਿਆ ਜਾਂਦਾ ਉਹ ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਸੰਗਰੂਰ, ਇਹ ਏਰੀਏ ਦੇ ਵਿੱਚ ਜਿਹੜਾ ਵਾ ਕਾਟਨ ਪ੍ਰੋਡਿਊਸਿੰਗ ਏਰੀਆ ਕਿਹਾ ਜਾਂਦਾ ਵਾ, ਕਿਉਂਕਿ ਇੱਥੇ ਬਹੁਤ ਜ਼ਿਆਦਾ ਕਾਟਨ ਉੱਗਦੀ ਆ। ਇੱਥੇ ਹਾਈ ਕੁਆਲਿਟੀ ਦੇ ਜਿਹੜੇ ਕਾਟਨ ਦੇ ਸੀਡਸ ਨੇ ਉਹ ਪ੍ਰੋਵਾਈਡ ਕੀਤੇ ਜਾਂਦੇ ਆ, ਜਿਨ੍ਹਾਂ ਦੇ ਬਹੁਤ ਵਧੀਆ ਰਿਜ਼ਲਟ ਨਿਕਲਦੇ ਆ। ਤਾਂ ਕਰਕੇ ਜਿਹੜਾ ਮਾਲਵਾ ਏਰੀਆ ਵਾ ਉਹਦੇ ਵਿੱਚ ਅਸੀਂ ਇਹਨੂੰ ਕੀ ਕਿਹਾ ਜਾਂਦਾ ਵਾ? ਵਾਈਟ ਗੋਲਡ ਕਿਹਾ ਜਾਂਦਾ। ਯਾਦ ਰੱਖਣਾ, ਵਾਈਟ ਗੋਲਡ ਕੌਣ ਕਹਿੰਦੇ ਆ? ਮਾਲਵਾ ਏਰੀਆ ਕਹਿੰਦਾ ਵਾ ਪੰਜਾਬ ਦਾ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਬਣਦਾ, MCQ ਵੀ ਬਣ ਕੇ ਆ ਸਕਦਾ ਵਾ। ਉਸ ਤੋਂ ਬਾਅਦ ਹੈ ਰਾਈਟ ਅਬਾਊਟ ਟੂ ਦੀ ਪ੍ਰੋਟੈਕਸ਼ਨ ਆਫ ਦੀਆਂ ਟੀਜ਼ ਐਂਡ ਕਾਫੀਜ਼ ਪਲਾਂਟਸ। ਕਿਸ ਤਰੀਕੇ ਨਾਲ ਸਾਨੂੰ ਉਹਦੀ ਸੁਰੱਖਿਆ ਕਰਨੀ ਚਾਹੀਦੀ ਹੈ ਟੀ ਅਤੇ ਕਾਫੀ ਦੇ ਪਲਾਂਟਸ ਦੀ? ਵੀ ਜਿਹੜੇ ਟੀ ਦੇ ਪਲਾਂਟਸ ਹੁੰਦੇ ਆ ਉਹ ਕੀ ਹੁੰਦੇ ਆ? ਕਲੀਅਰ ਸ਼ੇਪ ਹੁੰਦੇ ਆ, ਯਾਨੀ ਕਿ ਉਹਦੀ ਸ਼ੇਪ ਜਿਹੜੀ ਹੁੰਦੀ ਉਹ ਬਹੁਤ ਜ਼ਿਆਦਾ ਸਲੋਪ ਜਿਹੜੀ ਹੁੰਦੀ ਉਹ ਕਲੀਅਰਡ ਹੁੰਦੀ ਆ, ਸਾਫ਼ ਹੁੰਦੀ ਆ। ਉਹਦੇ ਵਿੱਚ ਫਰਟੀਲਾਈਜ਼ਰ ਯੂਜ਼ ਕੀਤੇ ਜਾਂਦੇ ਆ ਤਾਂ ਜੋ ਕੀ ਉਹਨੂੰ ਵਧੀਆ ਢੰਗ ਨਾਲ ਉਹਨੂੰ ਗਰੋ ਕੀਤਾ ਜਾ ਸਕੇ। ਜਿਹੜਾ ਰੇਨ ਦਾ ਪਾਣੀ ਆ ਉਹਦੇ ਰੂਟਸ ਦੇ ਵਿੱਚ ਖੜਨਾ ਨਹੀਂ ਚਾਹੀਦਾ, ਕਿਉਂਕਿ ਜੇਕਰ ਉਹ ਖੜ ਗਿਆ ਤਾਂ ਉਹ ਪਾਣੀ ਜਿਹੜਾ ਪਲਾਂਟਸ ਆ ਉਹ ਖਰਾਬ ਹੋ ਜਾਊਗਾ। ਤਾਂ ਕਰਕੇ ਇਹਦੇ ਵਿੱਚ ਕੀ ਕੀਤਾ ਜਾਂਦਾ? ਇਹਦੀ ਪ੍ਰੋਪਰ ਗਰੋਥ ਦੇ ਲਈ ਉਹਨੂੰ ਪ੍ਰੋਪਰ ਇੱਕ ਸਲੋਪ ਬਣਾਈ ਜਾਂਦੀ ਹੈ, ਜਿਹਦੇ ਕਰਕੇ ਉੱਥੇ ਪਾਣੀ ਨਾ ਖੜੇ। ਅਤੇ ਉਸ ਤੋਂ ਬਾਅਦ ਜਿਹੜਾ ਕੌਫੀ ਆ, ਦੇਖੋ ਕੌਫੀ ਦੀ ਜਿਹੜੀ ਸਲੋਪਿੰਗ ਆ ਉਹ ਗਰੋਇੰਗ ਟੂ ਦੀ ਨਰਸਰੀ, ਵੀ ਇਹ ਜ਼ਿਆਦਾਤਰ ਜਿਹੜੇ ਇਹਦੇ ਕੌਫੀ ਉਗਾਈ ਜਾਂਦੀ ਆ ਉਹ ਇੱਕ ਨਰਸਰੀਆਂ ਵਿੱਚ ਉਗਾਈ ਜਾਂਦੀ ਆ। ਫਿਰ ਇਹਦੇ ਪਲਾਂਟਸ ਜਿਹੜੇ ਨੇ ਉਹ ਲਿਆ ਕੇ ਇਹਨਾਂ ਨੂੰ ਕੰਟੀਨਿਊਟੀ ਜਿਹੜਾ ਫਰੂਟ ਆ ਉਹ 30 ਸਾਲਾਂ ਤੱਕ ਦੇਈ ਜਾਂਦੀ ਹੈ, ਯਾਨੀ ਕਿ ਇਹਦੇ ਵਿੱਚ ਜਿਹੜੇ ਕੌਫੀ ਨਿਕਲਦੀ ਆ ਉਹ 30 ਸਾਲ ਤੱਕ ਬਣਦੀ ਰਹਿੰਦੀ ਆ। ਅਤੇ ਇਹਦੇ ਲਈ ਸਾਨੂੰ ਫਰਟੀਲਾਈਜ਼ਰ ਚਾਹੀਦੇ ਹੁੰਦੇ ਆ, ਸਿੰਜਾਈ ਦੇ ਸਹੀ ਸਾਧਨ ਚਾਹੀਦੇ ਹੁੰਦੇ, ਜਿਹੜੇ ਟਾਈਮ ਟੂ ਟਾਈਮ ਉਹਨੂੰ ਪਾਣੀ ਵੀ ਦਿੱਤੇ ਜਾਣਾ ਚਾਹੀਦਾ ਵਾ। ਉਸ ਤੋਂ ਬਾਅਦ ਰਾਈਟ ਆ ਨੋਟ ਆਫ ਦੀ ਯੂਜ਼ ਆਫ ਦੀ ਮਸ਼ੀਨਸ ਇਨ ਦੀ ਐਗਰੀਕਲਚਰ ਆਪਰੇਸ਼ਨ ਇਨ USA ਦੇ ਵਿੱਚ ਜਿਹੜਾ ਐਗਰੀਕਲਚਰ ਕੀਤੀ ਜਾਂਦੀ ਹੈ ਮਸ਼ੀਨਾਂ ਦੁਆਰਾ, ਉਹਦੇ ਬਾਰੇ ਅਸੀਂ ਨੋਟ ਲਿਖਣਾ ਵਾ। ਵੀ ਜਿਹੜਾ USA ਆ ਉਹਦੇ ਵਿੱਚ ਸਿਰਫ 700 ਏਕੜ ਜਿਹੜਾ ਵਾ ਐਵਰੇਜ ਜਿਹੜੀ ਫਾਰਮਿੰਗ ਕੀਤੀ ਜਾਂਦੀ ਹੈ, 3% ਆ ਉਹਦੀ ਪਾਪੂਲੇਸ਼ਨ ਦਾ ਜਿਹੜਾ ਕਿ ਐਗਰੀਕਲਚਰ ਕਰਦੀ ਆ। ਅਤੇ ਉਹਦੇ ਵਿੱਚ ਇੱਕ ਟਾਈਪਸ ਦੀ ਜਿਹੜੀਆਂ ਕ੍ਰੌਪਸ ਨੇ ਉਹ ਬਣਾਈਆਂ ਜਾਂਦੀਆਂ ਨੇ ਜਾਂ ਉਹਨਾਂ ਨੂੰ ਉਗਾਈਆਂ ਜਾਂਦੀਆਂ ਨੇ। ਫਿਰ ਉਸ ਦੀ ਜਿਹੜੀ ਫਸਲ ਦੇ ਬੀਜ ਨੇ ਉਹ ਲਗਾਏ ਜਾਂਦੇ ਆ, ਅਤੇ ਫਿਰ ਉਹ ਮਾਰਕੀਟ ਦੇ ਵਿੱਚੋਂ ਲੈ ਕੇ ਉਹ ਫਸਲਾਂ ਨੂੰ ਲਗਾਉਂਦੇ ਆ ਅਤੇ ਉਹਨੂੰ ਮਸ਼ੀਨਾਂ ਦੀ ਖੇਤੀ ਦੇ ਨਾਲ, ਯਾਨੀ ਕਿ ਮਸ਼ੀਨਾਂ ਦੀ ਹੈਲਪ ਦੇ ਨਾਲ ਉਹਨੂੰ ਕਰਦੇ ਆ। ਇਹਦੇ ਵਿੱਚ ਹੈਲੀਕਾਪਟਰ ਅਤੇ ਐਰੋਪਲੇਨ ਨੂੰ ਯੂਜ਼ ਕੀਤਾ ਜਾਂਦਾ ਵਾ, ਹੋਰ ਵੀ ਕਈ ਤਰ੍ਹਾਂ ਦੀਆਂ ਐਗਰੀਕਲਚਰ ਐਕਟੀਵਿਟੀਜ਼ ਦੇ ਲਈ। ਇਹ ਸੀਗਾ ਸੈਸ਼ਨ, ਆਈ ਹੋਪ ਤੁਹਾਨੂੰ ਪਸੰਦ ਆਊਗਾ। ਇਹਦੇ ਨਾਲ ਜਿਹੜਾ ਸਾਡਾ ਚੈਪਟਰ ਹੈ ਪੂਰਾ ਕੰਪਲੀਟ ਹੋ ਗਿਆ। ਜੇਕਰ ਤੁਹਾਨੂੰ ਵਧੀਆ ਲੱਗਿਆ ਅਤੇ ਤੁਹਾਡੇ ਡਾਊਟਸ ਕਲੀਅਰ ਹੋਏ ਤਾਂ ਜ਼ਰੂਰ ਲਾਈਕ ਕਰੋ, ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਕਮੈਂਟਸ ਕਰੋ। ਜੇਕਰ ਕਿਹੜੇ ਚੈਪਟਰ ਦੀ ਤੁਹਾਨੂੰ ਵੀਡੀਓਜ਼ ਚਾਹੀਦੀ ਆ ਤਾਂ ਉਹ ਮੈਨੂੰ ਜ਼ਰੂਰ ਕਮੈਂਟਸ ਦੇ ਵਿੱਚ ਕਰਿਆ ਕਰੋ, ਅਤੇ ਆਪਾਂ ਤੁਹਾਨੂੰ ਉਸੇ ਦੇ ਹੀ ਵੀਡੀਓਜ਼ ਜਿਹੜੀਆਂ ਨੇ ਉਹ ਟਾਈਮ ਟੂ ਟਾਈਮ ਅਤੇ ਜਲਦੀ ਤੋਂ ਜਲਦੀ ਪ੍ਰੋਵਾਈਡ ਕਰਵਾ ਸਕੀਏ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।